कॉल सुनाई दी पायलट वालों कि इफ़ सम डॉक्टर इज़ अवेलेबल प्लीज़ डू रश टू दिस बिजनेस क्लास, एक पेशेंट बहुत सीरीयस है, ही नीड्स एन इमीडिएट अटेंशन। सो ਇਹ ਸੁਣਦੇ ਅਸੀਂ ਦੋਨੋਂ ਉੱਥੇ ਜਾ ਕੇ ਦੇਖਿਆ ਕਿ ਇੱਕ ਪੰਜਾਬੀ ਯੁਵਕ ਹੀ ਸੀਗਾ ਜਿਹਨੂੰ ਕਿ ਕਨਵਲਸ਼ਨਸ ਤੇ ਕਾਫੀ ਹੱਥ ਪੈਰ ਮਾਰ ਰਿਹਾ ਸੀ, ਛਟਪਟਾ ਰਿਹਾ ਸੀ, ਉੱਠ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। 3-4 ਲੋਕਾਂ ਨੇ, ਕ੍ਰਿਊ ਸਟਾਫ ਨੇ, ਉਹਦੇ ਇੱਕ ਫਰੈਂਡ ਨੇ ਉਹਨਾਂ ਨੂੰ ਪਕੜ ਕੇ ਰੱਖਿਆ ਸੀ। ਉਹ ਤੋੜ ਪਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਸੀਗਾ। ਉਹਨਾਂ ਦੀ ਐਮਰਜੈਂਸੀ ਕਿਟ ਫਰੋਲੀ, ਉਹਦੇ ਵਿੱਚੋਂ ਦੇਖਿਆ ਕਿ ਬੈਂਜ਼ੋਡਾਇਜ਼ੇਪਿਨ ਗਰੁੱਪ ਦੀ ਡਰਗ ਉਹਨਾਂ ਕੋਲ ਸਬ ਲਿੰਗੁਅਲ ਲੋਰੈਜ਼ੇਪੈਮ 1 ਮਿਲੀਗ੍ਰਾਮ ਮੌਜੂਦ ਸੀਗੀ। ਬਟ ਅਗੇਨ ਉਹਦੇ ਵਿੱਚ ਵੀ ਥੋੜ੍ਹਾ ਜਿਹਾ ਰਿਸਕ ਸੀਗਾ। ਇੱਕ ਕੈਲਕੂਲੇਟਿਡ ਰਿਸਕ ਲੈਂਦੇ ਹੋਏ ਉਹਦੇ ਪੇਸ਼ੈਂਟ ਦੇ ਨਾਲ ਉਹਦਾ ਜਿਹੜਾ ਫਰੈਂਡ ਸੀ ਉਹਦੇ ਕੋਲ ਕੌਨਸੈਂਟ ਲੈ ਕੇ ਤੇ ਨੀਚੇ ਜੋ ਉਹਨਾਂ ਦੇ ਜਿਮ ਚੁੰਗ CMO ਸੀ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਦੱਸਿਆ ਕਿ ਕੈਲਕੂਲੇਟਿਡ ਰਿਸਕ ਲੈਣਾ ਪੈਣਾ, 1 ਮਿਲੀਗ੍ਰਾਮ ਆਪਾਂ ਦੇਣਾ ਚਾਹੁੰਦੇ ਹੈਗੇ ਹਾਂ। ਤੇ ਉਹਨਾਂ ਵੱਲ ਜਦੋਂ ਗੋ ਹੈਡ ਹੋਇਆ ਤੇ ਉਹਨਾਂ ਨੂੰ 1 ਮਿਲੀਗ੍ਰਾਮ ਇੱਕ ਆਪਾਂ ਸਬ ਲਿੰਗੁਅਲ ਟੇਬਲੇਟ ਦਿੱਤੀ। ਉਹਦੇ ਨਾਲ ਜਸਟ 5-7 ਮਿੰਟ ਦੇ ਅੰਦਰ ਪੇਸ਼ੈਂਟ ਥੋੜ੍ਹਾ ਜਿਹਾ ਉਹਦੇ ਵਿੱਚ ਰੈਸਟਲੈਸਨੈਸ ਘਟੀ। ਜਦੋਂ ਰੈਸਟਲੈਸਨੈਸ ਘਟੀ ਉਸ ਤੋਂ ਬਾਅਦ ਕੁਛ ਦੇਰ ਬਾਅਦ ਫਿਰ ਉਹ ਟੇਬਲੇਟ ਰਿਪੀਟ ਕਰ ਦਿੱਤੀ ਗਈ। ਉਹਦੇ ਨਾਲ ਕੀ ਹੋਇਆ ਕਿ ਜਦ ਤੱਕ ਦਿੱਲੀ ਆਇਆ ਤਦ ਤੱਕ ਪੇਸ਼ੈਂਟ 9/9 ਹੋ ਗਿਆ। ਉਹ ਆਪਣੀ ਪੈਰਾਂ 'ਤੇ ਚੱਲਦਾ ਹੋਇਆ ਤੇਜ਼ ਇਮੀਗ੍ਰੇਸ਼ਨ ਕਰਾ ਕੇ ਸਾਨੂੰ ਦੂਰੋਂ ਹੀ ਟਾਟਾ ਕਰਦਾ ਹੋਇਆ ਨਿਕਲ ਗਿਆ। ਚੰਗੀ ਗੱਲ ਇਹ ਹੋਈ ਕਿ ਸਾਡੀ ਗੱਲ ਮੰਨ ਕੇ ਉਹਨਾਂ ਨੇ ਨੈਲੋਕਸਨ ਨਹੀਂ ਲਗਾਇਆ ਪੇਸ਼ੈਂਟ ਨੂੰ, ਅਦਰਵਾਈਜ਼ ਐਮਰਜੈਂਸੀ ਲੈਂਡਿੰਗ ਮਤਲਬ ਅਨਅਵੋਇਡੇਬਲ ਸੀ ਉਹਨਾਂ ਸਰਕਮਸਟੈਂਸਿਸ 'ਚ। ਅਕਸਰ ਇੱਦਾਂ ਹੁੰਦਾ ਰਹਿੰਦਾ ਅਤੇ ਸਾਨੂੰ ਤਾਂ ਕਾਫੀ ਹੱਦ ਤੱਕ ਆਦਤ ਹੋ ਚੁੱਕੀ ਹੈ ਇਸ ਇੰਸੀਡੈਂਟ ਦੀ। ਅਤੇ ਸਾਨੂੰ ਅੱਛਾ ਲੱਗਦਾ ਹੈ ਕਿ ਸਾਡਾ ਕੋਈ ਜਿਹੜਾ ਕੋਈ ਨੌਲੇਜ ਹੈ ਕਿਸੇ ਦੇ ਕੰਮ ਆ ਜਾਏ, ਕਿਸੇ ਦੀ ਜਾਨ ਬਚ ਜਾਏ ਜਾਂ ਥੋੜ੍ਹਾ ਜਿਹਾ ਵੀ ਕਿਸੇ ਨੂੰ ਐਡਵਾਂਟੇਜ ਹੋ ਜਾਏ ਜਿਹਦੇ ਨਾਲ ਉਹ ਕੰਫਰਟੇਬਲ ਹੋਏ, ਉਹ ਸਾਨੂੰ ਕਾਫੀ ਬਲੈਸਡ ਫੀਲ ਮਹਿਸੂਸ ਕਰਾਉਂਦਾ ਹੈ। ਏਅਰ ਕੈਨੇਡਾ ਵਾਲਿਆਂ ਨੇ ਤੁਹਾਨੂੰ ਰਿਵਾਰਡ ਵੀ ਦਿੱਤਾ ਹੈ, ਐਪਰੀਸ਼ੀਏਟ ਵੀ ਕੀਤਾ, ਕਹਿੰਦੇ ਕਿ ਬੜਾ ਵੱਡਾ ਨੁਕਸਾਨ ਤੁਸੀਂ ਹੋਣੋਂ ਬਚਾ ਲਿਆ ਉਹਨਾਂ ਦਾ, ਹੈ ਨਾ। ਜਦੋਂ ਤੁਹਾਨੂੰ ਰਿਵਾਰਡ ਮਿਲਿਆ ਤਾਂ ਕੀ ਐਕਸਪੈਕਟੇਸ਼ਨ ਸੀ ਇਸ ਚੀਜ਼ ਦੀ? ਜੀ ਨਹੀਂ, ਅਸੀਂ ਤਾਂ ਕਦੀ ਰਿਵਾਰਡ ਵਾਸਤੇ ਕੰਮ ਕੀਤਾ ਹੀ ਨਹੀਂ ਹੈਗਾ। ਬਟ ਹਾਂ, ਜਦੋਂ ਅਸੀਂ ਡੀਬੋਰਡ ਹੋਣ ਲੱਗੇ ਤਾਂ ਉਹਨਾਂ ਦੇ ਜੋ ਹੈਡ ਸਟੀਵਰਡ ਸੀਗਾ ਹੀ ਅਪਰੋਚਡ ਅਸ ਅਤੇ ਉਹਨਾਂ ਨੇ ਸਾਨੂੰ ਏਅਰ ਕੈਨੇਡਾ ਵੱਲੋਂ ਇੱਕ ਐਪਰੀਸੀਏਸ਼ਨ ਲੈਟਰ ਸੀਗੀ ਜੋ ਜਾਰੀ ਹੋਈ ਹੈ, ਪਲੱਸ ਉਹਦੇ ਵਿੱਚ ਉਹਨਾਂ 30% ਕੂਪਨ ਐਜ਼ ਏ ਗੁੱਡਵਿਲ ਜੈਸਚਰ ਸਾਨੂੰ ਦਿੱਤਾ ਹੈ। ਅਤੇ ਦਿਸ ਐਪਰੀਸੀਏਸ਼ਨ ਲੈਟਰ ਵਾਜ਼ ਇਸ਼ੂਡ ਬਾਈ ਡਾਕਟਰ ਜਿਮ ਚੁੰਗ, ਜੋ ਕਿ ਕਹਿੰਦੀ ਕਿ ਯੂਰ benevolent gesture on board our flight today was deeply appreciated. We are delighted to offer you this discount code to use for your future travel with us. It's our way of saying thank to you. ਗਾਣਾ ਬੜਾ ਮਸ਼ਹੂਰ ਸੀ, ਕਹਿੰਦੇ ਪਾਪਾ ਕਹਤੇ ਹੈ ਬੜਾ ਨਾਮ ਕਰੇਗਾ, ਅਤੇ ਮੈਨੂੰ ਲੱਗਦਾ ਪਾਪਾ ਨੇ ਵਧੀਆ ਨਾਮ ਕਰ ਦਿੱਤਾ। ਹੁਣ ਲੱਗਦਾ ਵੀ ਬੱਚਿਆਂ ਨੂੰ ਇੱਦੋਂ ਵੀ ਕੋਈ ਬਹੁਤ ਵਧੀਆ ਮੋਟੀਵੇਸ਼ਨ ਜਿਹੜੀ ਉਹਨਾਂ ਨੂੰ ਮਿਲੀ ਹੋਵੇਗੀ। ਸੋ ਇਹ ਤਾਂ ਮਤਲਬ ਲਾਈਕ ਫਾਦਰ ਲਾਈਕ ਸਨ, ਇਹਦਾ ਆਲਰੇਡੀ ਇਹਦਾ ਮਸ਼ਹੂਰ ਹੀ ਹੈਗਾ। ਅਗਰ ਉਹਨਾਂ ਨੂੰ ਕੱਲ੍ਹ ਨੂੰ ਵੀ ਕਦੀ ਯਾਦ ਆਏਗਾ ਕੋਈ ਇੰਸੀਡੈਂਟ ਕਿ ਹਾਂ ਸਾਡੇ ਮੰਮਾ ਪਾਪਾ ਨੇ ਇਹੋ ਜਿਹੇ ਕੰਮ ਕੀਤਾ ਸੀ, ਦੇ ਵਿਲ ਫੀਲ ਮੋਟੀਵੇਟਿਡ। ਸੋ ਐਂਡ ਦੇ ਵਿਲ ਆਲਵੇਜ਼ ਟਰਾਈ ਦੇਅਰ ਲੈਵਲ ਬੈਸਟ, ਪੂਰਾ ਹਾਰਡ ਵਰਕ, ਸਿੰਸੀਅਰਟੀ, ਪੂਰੀ ਆਪਣਾ ਇਮਾਨਦਾਰ ਕੋਸ਼ਿਸ਼ ਦੇ ਨਾਲ ਕਿਸੇ ਦੀ ਹੈਲਪ ਕਰਨਗੇ, ਕਿਉਂਕਿ ਉਹਨਾਂ ਨੂੰ ਪੂਰਾ ਬੈਕ ਆਫ ਦਾ ਮਾਈਂਡ ਯਾਦ ਰਹੇਗਾ ਕਿ ਉਹਨਾਂ ਮੰਮਾ ਪਾਪਾ ਨੇ ਕਦੀ ਇਹ ਕੰਮ ਕੀਤਾ ਸੀ। ਸੋ ਦਿਸ ਵਿਲ ਐਕਟ ਐਜ਼ ਏ ਮੋਟੀਵੇਸ਼ਨ ਟੂ ਦੈਮ। ਸੋ ਮੇਰਾ ਤੁਹਾਡੇ ਚੈਨਲ ਦੇ ਰਾਹੀਂ ਇਹੀ ਮੈਸੇਜ ਰਹੇਗਾ ਕਿ ਜਵਾਨਾਂ ਨੂੰ ਖਾਸ ਕਰਕੇ ਕਿ ਆਪਣੀ ਜਵਾਨੀ ਨਸ਼ਿਆਂ 'ਚ ਨਾ ਰੋਲੋ, ਅਸਲੀਅਤ ਨੂੰ ਪਹਿਚਾਨੋ, ਠੀਕ ਹੈ। ਉਸ ਪ੍ਰਭੂ, ਉਸ ਵਾਹਿਗੁਰੂ ਨੂੰ ਆਪਣਾ ਹਾਜ਼ਰ ਨਾਜ਼ਰ ਸਮਝ ਕੇ ਉਹਦਾ ਨਾਮ ਸਿਮਰਨ ਕਰੋ, ਉਹਦੇ ਵਿੱਚ ਹੀ ਸਾਰਾ ਕੁਝ ਤੁਹਾਨੂੰ ਪ੍ਰਾਪਤ ਹੋ ਜਾਏਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦਾ ਏਅਰ TV ਤੇ ਮੈਂ ਹਾਂ ਮਨਪ੍ਰੀਤ ਕੌਰ। ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਇੱਕ ਪਾਸੇ ਰੱਬ ਹੈ ਜਿਹੜਾ ਬੰਦੇ ਦੀ ਜਾਨ ਨੂੰ ਬਚਾਉਂਦਾ ਹੈ ਜਾਂ ਬੰਦੇ ਦੀ ਜਾਨ ਦਾ ਰਖਵਾਲਾ ਹੁੰਦਾ ਹੈ, ਤੇ ਦੂਜੇ ਪਾਸੇ ਐਂਡ ਮੂਮੈਂਟ 'ਤੇ ਕਈ ਵਾਰ ਇਹੋ ਜਿਹੀ ਸਿਚੁਏਸ਼ਨ ਬਣ ਜਾਂਦੀ ਹੈ ਕਿ ਇਨਸਾਨ ਦਾ ਬਚਣਾ ਮੁਸ਼ਕਿਲ ਹੁੰਦਾ ਹੈ। ਉਸ ਥਾਂ ਦੇ ਉੱਪਰ ਡਾਕਟਰਾਂ ਦੀ ਮਿਹਨਤ ਦੇ ਨਾਲ ਬੰਦੇ ਦੀ ਜਾਨ ਬਚ ਜਾਂਦੀ ਹੈ। ਤੇ ਅੱਜ ਤੁਹਾਡੀ ਮੁਲਾਕਾਤ ਇੱਕ ਇਹੋ ਜਿਹੀ ਡਾਕਟਰ ਜੋੜੇ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਜ਼ਿਆਦਾ ਸ਼ਲਾਘਾ ਹੋ ਰਹੀ ਹੈ, ਕਿਉਂਕਿ ਉੜਦੇ ਜਹਾਜ਼ ਦੇ ਵਿੱਚ ਇਹਨਾਂ ਦੇ ਵੱਲੋਂ ਇੱਕ ਵਿਅਕਤੀ ਦੀ ਜਾਨ ਬਚਾਈ ਗਈ ਹੈ
ਜਿਸ ਦੇ ਵੱਲੋਂ ਨਸ਼ੇ ਦੀ ਓਵਰਡੋਜ਼ ਲਈ ਗਈ ਸੀ। ਉਸ ਤੋਂ ਬਾਅਦ ਕਾਫੀ ਕ੍ਰਿਟੀਕਲ ਕੰਡੀਸ਼ਨ ਤੇ ਉਹ ਵਿਅਕਤੀ ਸੀ, ਪਰ ਉੜਦੇ ਜਹਾਜ਼ 'ਚ ਇਹਨਾਂ ਦੇ ਵੱਲੋਂ ਹਿੰਮਤ ਦਿਖਾਈ ਗਈ। ਜਿੱਥੇ ਕੋਈ ਨਹੀਂ ਖੜਿਆ ਉੱਥੇ ਉਸ ਬੰਦੇ ਦੇ ਨਾਲ ਖੜ ਕੇ ਇਹਨਾਂ ਦੇ ਵੱਲੋਂ ਉਸ ਵਿਅਕਤੀ ਦੀ ਜਾਨ ਬਚਾਈ ਗਈ ਹੈ ਤੇ 에ਅਰ ਕੈਨੇਡਾ ਦੇ ਵੱਲੋਂ ਇਹਨਾਂ ਨੂੰ ਰਿਵਾਰਡ ਵੀ ਦਿੱਤਾ ਗਿਆ ਹੈ। ਤੇ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਤੇ ਉਹਨਾਂ ਦੇ ਮਿਸਿਸ, ਆਪਾਂ ਗੱਲਬਾਤ ਕਰਦੇ ਉਹਨਾਂ ਨਾਲ। ਬਹੁਤ ਬਹੁਤ ਸਵਾਗਤ ਹੈ ਸਰ, ਮੈਮ ਤੁਹਾਡਾ ਦੋਨਾਂ ਦਾ। ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਸਤਿੰਦਰਜੀਤ ਸਿੰਘ ਬਜਾਜ, ਸਰਜੀਕਲ ਸਪੈਸ਼ਲਿਸਟ, ਸੀਨੀਅਰ ਮੈਡੀਕਲ ਆਫਿਸਰ, ਸਿਵਲ ਹਸਪੀਟਲ ਜਲੰਧਰ ਵਿੱਚ ਪੋਸਟਡ ਹਾਂ ਤੇ ਡੀਐਨਬੀ ਦੇ ਨਾਲ ਕੋਆਰਡੀਨੇਟਰ ਵੀ ਹਾਂ ਜੀ। ਮੇਰੇ ਨਾਲ ਮੇਰੇ ਵਾਈਫ ਡਾਕਟਰ ਜਗਮਿੰਦਰ ਕੌਰ ਬਜਾਜ, ਜੋ ਕਿ ਪਿਮਸ ਮੈਡੀਕਲ ਕਾਲਜ ਵਿੱਚ ਬਤੌਰ ਹੈਡ ਆਫ ਦਾ ਡਿਪਾਰਟਮੈਂਟ ਫਾਰਮਾਕੋਲੋਜੀ ਵਿੱਚ ਤਾਇਨਾਤ ਨੇ। ਸੋ ਕੁਝ ਦਿਨ ਪਹਿਲਾਂ ਅਸੀਂ 에ਅਰ ਕੈਨੇਡਾ ਦੀ ਫਲਾਈਟ ਨੰਬਰ AC42 ਵਿੱਚ ਟਰੈਵਲ ਕਰ ਰਹੇ ਸੀ। ਆਪਣੇ ਬੇਟੇ ਦੀ ਗ੍ਰੈਜੂਏਸ਼ਨ ਸੈਰੇਮਨੀ ਅਟੈਂਡ ਕਰਕੇ ਆ ਰਹੇ ਸੀਗੇ। तो डायरेक्ट फ्लाइट सी अपना टोरंटो टू दिल्ली, अप्रॉक्सीमेटली 15 आवर्स की फ्लाइट सी। 7 घंटे गुजरन ते सानू एक कॉल सुनाई दी पायलट वालों कि इफ सम डॉक्टर इज़ अवेलेबल प्लीज़ डू रश टू दिस बिजनेस क्लास, एक पेशेंट बहुत सीरियस है, ही नीड्स एन इमीडिएट अटेंशन। सो यह सुनते असी दोनों उत्थे जाके देखा कि एक पंजाबी युवक ही सीगा जिन्हों की ਕਨਵਲਸ਼ਨਸ ਤੇ ਕਾਫੀ ਹੱਥ ਪੈਰ ਮਾਰ ਰਿਹਾ ਸੀ, ਛਟਪਟਾ ਰਿਹਾ ਸੀ, ਉੱਠ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। 3-4 ਲੋਕਾਂ ਨੇ, ਕਰੂ ਸਟਾਫ ਨੇ, ਉਹਦੇ ਇੱਕ ਫਰੈਂਡ ਨੇ ਉਹਨਾਂ ਨੂੰ ਪਕੜ ਕੇ ਰੱਖਿਆ ਸੀ। ਉਹ ਤੋੜ ਪਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹਨਾਂ ਕੋਲ ਹਿਸਟਰੀ ਲੈਣ ਦੀ ਕੋਸ਼ਿਸ਼ ਕੀਤੀ ਗਈ। ਪਹਿਲੇ ਆਨਾਕਾਨੀ ਕੀਤੀ, ਲੇਕਿਨ ਸਲੋਲੀ ਉਹਦੇ ਜੋ ਫਰੈਂਡ ਨੂੰ ਸੀ ਉਹਨੂੰ ਕੌਨਫੀਡੈਂਸ ਵਿੱਚ ਲਿਆ ਤੇ ਉਹਨੇ ਫਿਰ ਦੱਸਿਆ ਕਿ ਇਹਨੇ ਕਾਫੀ ਮਾਤਰਾ 'ਚ ਅਫੀਮ ਪਹਿਲੇ ਜਹਾਜ਼ ਚੜ੍ਹਨ ਤੋਂ ਪਹਿਲੇ ਲਈ ਸੀਗੀ ਤੇ ਬਿਜ਼ਨਸ ਕਲਾਸ ਵਿੱਚ ਜਿਵੇਂ ਕਿ ਵਿਸਕੀ ਅਵੇਲੇਬਲ ਹੁੰਦੀ ਹੈ ਈਜ਼ੀਲੀ, ਤੇ ਉਹਨੇ ਕਾਫੀ ਪੈਗ ਵਿਸਕੀ ਦੇ ਵੀ ਲਗਾ ਲਏ ਸੀ। ਤੋ ਦੋਨਾਂ ਦੇ ਇਕੱਠੇ ਸੇਵਨ ਕਰਨ ਦੇ ਨਾਲ ਉਹ ਪੇਸ਼ੈਂਟ ਦੀ ਇਹ ਹਾਲਾਤ ਹੋ ਗਏ ਤੇ ਅਫੀਮ ਨਾਮ ਦੀ ਜੋ ਵਰਡ ਹੈ ਉਹ 에ਅਰ ਕੈਨੇਡਾ ਦੇ ਕ੍ਰਿਊ ਨੂੰ ਪਤਾ ਹੀ ਨਹੀਂ ਸੀ ਵਾਟ ਇਜ਼ ਅਫੀਮ। ਫਿਰ ਉਹਨਾਂ ਨੂੰ ਸਮਝਾਇਆ ਗਿਆ, ਟਰਾਂਸਲੇਟ ਕਰਕੇ ਦੱਸਿਆ ਕਿ ਇਟ ਇਜ਼ ਓਪੀਅਮ। ਸੋ ਓਪੀਅਮ ਉਹਨਾਂ ਨੇ ਨੀਚੇ ਦੱਸਿਆ ਆਪਣਾ, ਜੋ ਉਹਨਾਂ ਦੇ ਪਾਇਲਟ ਦੇ ਨਾਲ ਰਾਬਤਾ ਕਰਕੇ ਨੀਚੇ CMO ਸੀ ਉਹਨਾਂ ਨਾਲ ਡਿਸਕਸ ਕੀਤਾ ਤਾਂ ਉਹਨਾਂ ਵੱਲੋਂ ਆਦੇਸ਼ ਆਇਆ ਕਿ ਓਪੀਅਮ ਹੈਗਾ ਤੇ ਨਲੋਕਸਨ ਲਗਾ ਦਿੱਤਾ ਜਾਏ, ਇੰਜੈਕਸ਼ਨ ਐਂਟੀਡੋਟ ਹੁੰਦਾ ਹੈ। ਉਹਨਾਂ ਦੀ ਕਿਟ ਚੈੱਕ ਕੀਤੀ ਗਈ, ਉਹਨਾਂ 'ਚ ਨਲੋਕਸਨ ਸੀ। ਨੋ ਡਾਊਟ ਨਲੋਕਸਨ ਇਜ਼ ਐਂਟੀਡੋਟ, ਲੇਕਿਨ ਕਲੀਨਿਕਲੀ ਪੇਸ਼ੈਂਟ ਨੂੰ ਐਗਜ਼ਾਮਿਨ ਕਰਨਾ ਬੜਾ ਇੰਪੋਰਟੈਂਟ ਸੀਗਾ। ਜਦੋਂ ਕਲੀਨਿਕਲੀ ਐਗਜ਼ਾਮਿਨ ਕੀਤਾ, ਪੇਸ਼ੈਂਟ ਦੀ ਰੈਸਪੀਰੇਟਰੀ ਰੇਟ ਵਧਿਆ ਹੋਇਆ ਸੀਗਾ, ਉਹਦੇ ਆਕਸੀਜਨ ਸੈਚੂਰੇਸ਼ਨ ਘਟੀ ਹੋਈ ਸੀਗੀ, 80 to 90% ਦੇ ਵਿੱਚ ਉਹਦੀ ਆਕਸੀਜਨ ਜਾ ਰਹੀ ਸੀ। ਪਿਊਪਲ ਉਹਦੇ ਪਿਨ ਪੁਆਇੰਟਡ ਨਹੀਂ ਸੀਗੇ, ਸਿੰਪਲ ਕੰਸਟ੍ਰਿਕਟਡ ਸੀਗੇ, ਨਾ ਹੀ ਉਹ ਡਾਇਲੇਟਡ ਸੀ। ਸੋ ਇੱਥੋਂ ਇਹ ਪਤਾ ਲੱਗਦਾ ਸੀ ਉਹਨੂੰ ਟੌਕਸਿਸਿਟੀ ਨਹੀਂ ਹੈਗੀ। ਤੋ ਇਹ ਕੰਪਲੈਕਸ ਜੀ ਪਿਕਚਰ ਸੀਗੀ, ਵਿਦਡਰਾਅਲ ਜਾਂ ਉਹਦੇ ਵਿੱਚ ਜੋ ਉਹਦੀ ਸੀ ਤੋੜ ਜੀ ਮਹਿਸੂਸ ਹੋ ਸਕਦੀ ਸੀ ਉਹਦੇ ਵਿੱਚ। ਸੋ ਉਹਦੇ ਰਹਿੰਦੇ ਹੋਏ ਸਭ ਨਾਲ ਪਹਿਲੇ ਤਾਂ ਉਹਨਾਂ ਨੂੰ ਇਹ ਵਰਜਿਆ ਗਿਆ ਕਿ ਆਪਾਂ ਨਲੋਕਸਨ ਨਹੀਂ ਲਗਾਉਣਾ, ਨਲੋਕਸਨ ਲਗਾਵਾਂਗੇ ਤੇ ਇਮੀਡੀਏਟ ਐਮਰਜੈਂਸੀ ਵੀ ਹੋ ਸਕਦੀ ਕਿ ਤੁਸੀਂ ਸੋਚ ਰਹੇ ਹੋ ਫਲਾਈਟ ਨੀਚੇ ਲੈਂਡ ਕਰਨ ਦੀ, ਪੱਕੀ ਲੈਂਡਿੰਗ ਹੋ ਜਾਣੀ ਹੈ। ਆਈਦਰ UK ਨੀਚੇ ਸੀਗਾ ਜਾਂ ਫਿਰ ਬਰਲਿਨ ਦੇ ਨੇੜੇ ਪਹੁੰਚ ਰਹੇ ਸੀਗੇ। ਸੋ ਅਗਰ ਫਲਾਈਟ ਨੂੰ ਸਡਨਲੀ ਲੈਂਡ ਕੀਤਾ ਜਾਏ ਇਹਨਾਂ ਹਾਲਾਤਾਂ ਵਿੱਚ ਤੇ ਪਹਿਲੇ ਤਾਂ ਪੇਸ਼ੈਂਟ ਨੂੰ ਟਰਾਂਸਫਰ ਕਰਨਾ, ਉਹਦੀ ਅਰੇਂਜਮੈਂਟ ਕਰਨਾ, ICU ਵਿੱਚ ਲੈ ਕੇ ਜਾਣਾ, ਉਦੋਂ ਤੱਕ ਪੇਸ਼ੈਂਟ ਦੀ ਪਤਾ ਨਹੀਂ ਬਚਣਾ ਵੀ ਸੀ ਕਿ ਨਹੀਂ ਬਚਣਾ ਸੀ, ਬੜਾ ਟਾਈਮ ਵੇਸਟ ਹੋ ਜਾਂਦਾ। ਪਲੱਸ ਜੋ ਕੋ ਪੈਸੰਜਰਸ ਨੂੰ ਉੱਥੇ ਇੰਨੀ ਜ਼ਿਆਦਾ ਦਿੱਕਤ ਆਉਣੀ ਸੀਗੀਆਂ ਤੇ ਜਿਹੜੇ ਚੈਲੰਜਸ 에ਅਰ ਕੈਨੇਡਾ ਨੂੰ ਮਿਲਣੇ ਸੀਗੇ, ਬਾਅਦ 'ਚੋਂ ਪੈਸੰਜਰਸ ਨੇ ਸੂ ਕਰਨਾ ਸੀਗਾ, ਪਲੱਸ ਜਿਹੜਾ ਇਕਨੋਮਿਕਲ ਬਰਡਨ ਉਹਨਾਂ 'ਤੇ ਪੈਣਾ ਸੀ 에ਅਰ ਕੈਨੇਡਾ 'ਤੇ। ਸੋ ਉਹ ਸਭ ਚੀਜ਼ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਆਪਾਂ ਉਹਨਾਂ ਦੀ ਐਮਰਜੈਂਸੀ ਕਿਟ ਫਰੋਲੀ ਉਹਦੇ ਵਿੱਚੋਂ ਦੇਖਿਆ ਕਿ ਬੈਂਜ਼ੋਡਾਇਜ਼ੇਪਿਨ ਗਰੁੱਪ ਦੀ ਡਰਗ ਉਹਨਾਂ ਕੋਲ ਸਬਲਿੰਗੁਅਲ ਲੋਰੈਜ਼ੀਪੈਮ 1 ਮਿਲੀਗ੍ਰਾਮ ਮੌਜੂਦ ਸੀਗੀ। ਬਟ ਅਗੇਨ ਉਹਦੇ ਵਿੱਚ ਵੀ ਥੋੜ੍ਹਾ ਜਿਹਾ ਰਿਸਕ ਸੀਗਾ। ਇੱਕ ਕੈਲਕੂਲੇਟਿਡ ਰਿਸਕ ਲੈਂਦੇ ਹੋਏ ਉਹਦੇ ਪੇਸ਼ੈਂਟ ਦੇ ਨਾਲ ਉਹਦਾ ਜਿਹੜਾ ਫਰੈਂਡ ਸੀ ਉਹਦੇ ਕੋਲ ਕੌਨਸੈਂਟ ਲੈ ਕੇ ਤੇ ਨੀਚੇ ਜੋ ਉਹਨਾਂ ਦੇ ਜਿਮ ਚੁੰਗ CMO ਸੀ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਦੱਸਿਆ ਕਿ ਕੈਲਕੂਲੇਟਿਡ ਰਿਸਕ ਲੈਣਾ ਪੈਣਾ, 1 ਮਿਲੀਗ੍ਰਾਮ ਆਪਾਂ ਦੇਣਾ ਚਾਹੁੰਦੇ ਹੈਗੇ ਹਾਂ। ਅਤੇ ਉਹਨਾਂ ਵੱਲ ਜਦੋਂ ਗੋ ਹੈਡ ਹੋਇਆ ਤਾਂ ਉਹਨਾਂ ਨੂੰ 1 ਮਿਲੀਗ੍ਰਾਮ ਇੱਕ ਆਪਾਂ ਸਬਲਿੰਗੁਅਲ ਟੇਬਲੇਟ ਦਿੱਤੀ। ਉਹਦੇ ਨਾਲ ਜਸਟ 5-7 ਮਿੰਟ ਦੇ ਅੰਦਰ ਪੇਸ਼ੈਂਟ ਥੋੜ੍ਹਾ ਜਿਹਾ ਉਹਦੇ ਵਿੱਚ ਰੈਸਟਲੈਸਨੈਸ ਘਟੀ। ਜਦੋਂ ਰੈਸਟਲੈਸਨੈਸ ਘਟੀ ਉਸ ਤੋਂ ਬਾਅਦ ਕੁਛ ਦੇਰ ਬਾਅਦ ਫਿਰ ਉਹ ਟੇਬਲੇਟ ਰਿਪੀਟ ਕਰ ਦਿੱਤੀ ਗਈ। ਉਹਦੇ ਨਾਲ ਕੀ ਹੋਇਆ ਕਿ ਜਦ ਤੱਕ ਦਿੱਲੀ ਆਇਆ ਤਦ ਤੱਕ ਪੇਸ਼ੈਂਟ 9/9 ਹੋ ਗਿਆ। ਉਹ ਆਪਣੀ ਪੈਰਾਂ 'ਤੇ ਚੱਲਦਾ ਹੋਇਆ
ਤੇਜ਼ ਇਮੀਗ੍ਰੇਸ਼ਨ ਕਰਾ ਕੇ ਸਾਨੂੰ ਦੂਰੋਂ ਹੀ ਟਾਟਾ ਕਰਦਾ ਹੋਇਆ ਨਿਕਲ ਗਿਆ, ਜਦ ਕਿ ਉਹਦੇ ਲਈ ਮੈਕਸ ਹਸਪੀਟਲ ਦੀ ਐਂਬੂਲੈਂਸ ਤਿਆਰ ਸੀਗੀ ਤੇ ਸਟ੍ਰੈਚਰ ਵਾਲੇ ਵੀ ਲਿਆ ਕੇ ਖੜੇ ਹੋਏ ਸੀਗੇ ਕਿ ਸੀਰੀਅਸ ਪੇਸ਼ੈਂਟ ਨੂੰ ਆਪਾਂ ਸ਼ਿਫਟ ਕਰਨਾ ਹੈ। ਸੋ ਇੱਕ ਚੈਲੰਜ ਸੀਗਾ ਜੋ ਅਸੈਪਟ ਕੀਤਾ, ਵਾਹਿਗੁਰੂ ਦੀ ਮਿਹਰ ਦੇ ਨਾਲ ਕੈਲਕੂਲੇਟਡ ਰਿਸਕ ਲੈ ਕੇ ਨੀਚੇ ਉਹਨਾਂ ਨੂੰ ਇਨਫੋਰਮ ਕੰਸੈਂਟ ਲੈ ਕੇ ਵੀ ਟਰਾਈਡ ਆਵਰ ਲੈਵਲ ਬੈਸਟ ਫॉर दैट। ਜਿਵੇਂ ਸਰ ਨੇ ਦੱਸਿਆ ਮੈਮ ਕਿ ਇਹ ਬੜਾ ਵੱਡਾ ਰਿਸਕ ਸੀ ਤੁਹਾਡੇ ਲਈ ਵੀ, ਕੋਈ ਡਰ ਸੀ ਮਨ ਦੇ ਵਿੱਚ ਉਸ ਵਕਤ ਵੀ ਕਿਵੇਂ ਟੈਕਲ ਕਰਾਂਗੇ ਸਿਚੁਏਸ਼ਨ? ਦੇਖੋ, ਡਰ ਅਜਿਹੀ ਸਿਚੁਏਸ਼ਨ ਵਿੱਚ ਅਸੀਂ ਡਰ ਜਾਂਦੇ ਤਾਂ ਗੁਜ਼ਾਰਾ ਨਹੀਂ ਚੱਲਣਾ ਸੀ। ਡਰ ਨਹੀਂ ਸੀ ਮਨ ਵਿੱਚ, ਬਟ ਹਾਂ ਇਹ ਜ਼ਰੂਰ ਸੀ ਕਿ ਚੰਗੀ ਤਰ੍ਹਾਂ ਇਵੈਲੂਏਟ ਕਰਕੇ ਹੀ ਇਹਨੂੰ ਕੁਝ ਦੇਣਾ, ਕਿਉਂਕਿ ਪੇਸ਼ੈਂਟ ਨੇ ਆਲਰੇਡੀ ਕਾਫੀ ਸਾਰੀ ਅਲਕੋਹਲ ਔਰ ਅਫੀਮ ਦੋਨੋਂ ਲਈਆਂ ਹੋਈਆਂ ਸੀ। ਦੋਨੋਂ ਹੀ ਡਰੱਗਸ ਸੀਐਨਐਸ ਡਿਪਰੈਸੈਂਟ ਹਨ। ਹੁਣ ਜਦੋਂ ਸੀਐਨਐਸ ਡਿਪਰੈਸੈਂਟ ਡਰੱਗਸ ਦੋ ਆਲਰੇਡੀ ਲਈਆਂ, ਜਿਹੜੀ ਅਸੀਂ ਤੀਸਰੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਬੈਂਜ਼ੋਡਾਇਜ਼ੇਪਿਨ, ਉਹ ਵੀ ਸੀਐਨਐਸ ਡਿਪਰੈਸੈਂਟ ਹੈ। ਰੈਸਪੀਰੇਸ਼ਨ ਪੇਸ਼ੈਂਟ ਦੀ ਸੈਚੂਰੇਸ਼ਨ 80 to 90 ਦੇ ਵਿੱਚ, ਜੋ ਕਿ ਅਬਵ 97 ਹੀ ਚਾਹੀਦੀ ਹੈ ਨਾਰਮਲ ਪਰਸਨ ਦੀ। ਹਾਈ ਐਲਟੀਟਿਊਡ ਤੇ ਫਲਾਈਟ ਜਾ ਰਹੀ ਹੈ, ਜਿਹਦੇ ਨਾਲ ਆਕਸੀਜਨ ਵੈਸੇ ਹੀ ਚੰਗੇ ਭਲੇ ਬੰਦੇ ਦੀ ਘਟ ਜਾਏ। ਬਿਲਕੁਲ। ਸੋ ਇਹਨਾਂ ਸਾਰੀਆਂ ਸਿਚੁਏਸ਼ਨਸ ਦੇ ਵਿੱਚ ਅਸੀਂ ਕੈਲਕੂਲੇਟਿਡ ਰਿਸਕ ਲਿਆ। ਸਭ ਤੋਂ ਵੱਡਾ ਕੰਮ ਜੋ ਅੱਛਾ ਹੋ ਸਕਿਆ ਉਸ ਟਾਈਮ ਉਹ ਇਹ ਸੀ ਕਿ ਅਸੀਂ ਉਹਨਾਂ ਨੂੰ ਨੈਲੋਕਸਨ ਦਾ ਇੰਜੈਕਸ਼ਨ ਲਗਾਉਣ ਤੋਂ ਮਨਾ ਕੀਤਾ, ਕਿਉਂਕਿ ਜੇ ਪੇਸ਼ੈਂਟ ਦਾ ਪਿਨ ਪੁਆਇੰਟ ਪੀਪਲ ਨਹੀਂ, ਉਹ ਓਪੀਅਮ ਟੌਕਸਿਸਿਟੀ ਵਿੱਚ ਨਹੀਂ, ਤਾਂ ਐਂਟੀਡੋਟ ਦੇਣ ਦੀ ਕੋਈ ਸੈਂਸ ਨਹੀਂ ਬਣਦੀ, ਉਹਦੇ ਨਾਲ ਇਮੀਡੀਏਟ ਬੈਨੀਫਿਟ ਕੋਈ ਨਹੀਂ ਹੋਣਾ ਸੀ। ਪੇਸ਼ੈਂਟ ਦਾ ਪਿਊਪਲ ਸੀਗਾ ਕੰਸਟ੍ਰਿਕਟਿਡ, ਜੋ ਇੰਡੀਕੇਟ ਕਰਦਾ ਕਿ ਇਹ ਹੈਬਿਚੁਅਲ ਯੂਜ਼ਰ ਹੈ, ਐਡਿਕਟ ਹੈ। ਅਜਿਹੇ ਪੇਸ਼ੈਂਟ ਨੂੰ ਅਸੀਂ ਐਂਟੀਡੋਟ ਲਗਾਉਂਦੇ ਤਾਂ ਇੱਕ ਸਿੰਡਰੋਮ ਜਿਹੜਾ ਅਸੀਂ ਕਹਿੰਦੇ ਐਕਿਊਟ ਓਪੀਓਇਡ ਵਿਦਡਰਾਅਲ ਸਿੰਡਰੋਮ, ਉਹ ਪ੍ਰੈਸੀਪੀਟੇਟ ਹੋ ਸਕਦਾ ਸੀ, ਜਿਸ ਨੂੰ ਕੰਟਰੋਲ ਕਰਨਾ ਲਗਭਗ ਨਾਮੁਮਕਿਨ ਹੁੰਦਾ ਉੱਥੇ ਉਸ ਟਾਈਮ। ਸੋ ਉਹ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਕਿ ਕਲੀਨਿਕਲੀ ਇਵੈਲੂਏਸ਼ਨ ਤੋਂ ਬਾਅਦ ਲੱਗਦਾ ਪੇਸ਼ੈਂਟ ਐਡਿਕਟ ਤਾਂ ਹੈ ਪਰ ਟੌਕਸਿਸਿਟੀ ਵਿੱਚ ਨਹੀਂ। ਜੋ ਇਹਦੇ ਸਿੰਪਟਮਸ ਆ ਰਹੇ ਨੇ, ਹੋ ਸਕਦਾ ਹੈ ਐਲਕੋਹਲ ਜਿਹੜੀ ਨਾਲ ਲਈ ਹੈ ਉਹਦਾ ਐਡਿਡ ਇਫੈਕਟ ਹੈ, ਤਾਂ ਅਸੀਂ ਇੱਕ ਰਿਸਕ ਹਲਕਾ ਜਿਹਾ ਲੈ ਸਕਦੇ ਹਾਂ ਕਿ ਅਸੀਂ ਬੈਂਜ਼ੋਡਾਇਜ਼ੇਪਿਨ ਦੇ ਕੇ ਪੇਸ਼ੈਂਟ ਨੂੰ ਥੋੜੀ ਦੇਰ ਲਈ 4-5 ਘੰਟੇ ਫਲਾਈਟ ਦਾ ਟਾਈਮ ਬਚੇ ਅਸੀਂ ਸੈਟਲ ਡਾਊਨ ਕਰ ਸਕਦੇ ਹਾਂ, ਤਾਂ ਕਿ ਉਹਦੀ ਰੈਸਟਲੈਸਨੈਸ ਘਟ ਜਾਏ, ਉਹਦੀ ਮਤਲਬ ਆਕਸੀਜਨ ਨਾਲ ਮੋਨੀਟਰ ਹੁੰਦੀ ਰਹੀ। ਉਹਨਾਂ ਕੋਲ ਬੜਾ ਅੱਛਾ ਇੱਕ ਮੋਨੀਟਰ ਸੀ ਜਿਹਦੇ ਵਿੱਚ ਬੀਪੀ, ਪਲਸ ਸਭ ਕੁਝ ਆ ਰਿਹਾ ਸੀ। ਤੋ ਉਹਨੂੰ ਮੋਨੀਟਰ ਕਰਦੇ ਪਹਿਲਾਂ ਸਬਲਿੰਗੁਅਲ ਇੱਕ ਵਾਰ ਦਿੱਤੀ, ਪੇਸ਼ੈਂਟ ਥੋੜਾ ਸੈਟਲ ਡਾਊਨ ਹੋਇਆ, ਰਿਪੀਟ ਵੀ ਕਰਨੀ ਪਈ ਡੋਜ਼, ਕਿਉਂਕਿ ਨਾਰਮਲ ਬੰਦੇ 'ਚ ਤਾਂ 1 ਮਿਲੀਗ੍ਰਾਮ ਡੋਜ਼ ਨਾਲ ਬੰਦਾ ਕਾਫੀ ਘੰਟੇ ਤੱਕ ਸੋ ਜਾਂਦਾ, ਬਟ ਐਡਿਕਟਸ ਉੱਤੇ ਉਹਨਾਂ ਅਸਰ ਨਹੀਂ ਹੁੰਦਾ। ਸੋ ਥੋੜੀ ਦੇਰ ਬਾਅਦ ਜਦ ਪੇਸ਼ੈਂਟ ਦੇ ਸਿੰਪਟਮ ਦੁਬਾਰਾ ਵਾਪਸ ਆਉਣ ਲੱਗੇ ਤਾਂ ਸਾਨੂੰ ਰਿਪੀਟ ਵੀ ਕਰਨੀ ਪਈ। ਸੋ ਇੱਕ ਇਨਡਾਇਰੈਕਟ ਐਵੀਡੈਂਸ ਇਹ ਮਿਲ ਗਿਆ ਕਿ ਉਹ ਲੋਰੈਜ਼ੀਪੈਮ ਨਾਲ ਸੈਟਲ ਡਾਊਨ ਹੋ ਰਿਹਾ, ਮੀਨਸ ਉਹ ਐਡਿਡ ਸੀਐਨਐਸ ਡਿਪਰੈਸ਼ਨ ਕਰਕੇ ਹੀ ਰੈਸਟਲੈਸ ਹੋ ਰਿਹਾ ਸੀ, ਤੇ ਉਹ ਅਸੀਂ ਕੰਟਰੋਲ ਕਰ ਪਾਏ। ਚੰਗੀ ਗੱਲ ਇਹ ਹੋਈ ਕਿ ਸਾਡੀ ਗੱਲ ਮੰਨ ਕੇ ਉਹਨਾਂ ਨੇ ਨੈਲੋਕਸਨ ਨਹੀਂ ਲਗਾਇਆ ਪੇਸ਼ੈਂਟ ਨੂੰ, ਅਦਰਵਾਈਜ਼ ਐਮਰਜੈਂਸੀ ਲੈਂਡਿੰਗ ਮਤਲਬ ਅਨਅਵੋਇਡੇਬਲ ਸੀ ਉਹਨਾਂ ਸਰਕਮਸਟੈਂਸਿਸ 'ਚ। ਸਰ ਪਹਿਲਾਂ ਵੀ ਕੋਈ ਇਹੋ ਜਿਹਾ ਚਾਂਸ ਹੋ ਚੁੱਕਾ ਹੈ, ਪਹਿਲਾਂ ਵੀ ਕਦੀ ਕੋਈ ਇਹੋ ਜਿਹਾ ਕੇਸ ਤੁਹਾਡੇ ਸਾਹਮਣੇ ਆਇਆ ਜਿਹਨੂੰ ਤੁਸੀਂ ਟਰੀਟ ਕੀਤਾ ਹੋਵੇ? ਸਾਨੂੰ ਤਾਂ ਅਕਸਰ ਇੱਦਾਂ ਹੁੰਦਾ ਰਹਿੰਦਾ ਹੈ, ਜਦੋਂ ਵੀ ਅਸੀਂ ਕਦੀ ਸ਼ਤਾਬਦੀ ਵਿੱਚ ਸਫ਼ਰ ਕਰ ਰਹੇ ਹਾਂ, ਆਫ ਐਂਡ ਔਨ ਆਫ ਹੈਂਡ ਸਾਨੂੰ ਕੋਈ ਨਾ ਕੋਈ ਉਧਰ ਕਾਲ ਆ ਜਾਂਦੀ ਕਿ ਅਗਰ ਕੋਈ ਡਾਕਟਰ ਟਰੈਵਲ ਕਰ ਰਿਹਾ ਤੇ ਇੰਨੀ ਬੋਗੀ ਦੇ ਵਿੱਚ ਆਓ, ਉੱਥੇ ਪੇਸ਼ੈਂਟ ਦੇਖੋ। ਜਦੋਂ ਮੈਂ ਕੈਨੇਡਾ ਜਾ ਵੀ ਰਿਹਾ ਸੀ ਉਦੋਂ ਵੀ ਇੱਦਾਂ ਹੀ ਹੋਇਆ, ਇੱਕ ਇਨਸੀਡੈਂਟ, ਇੱਕ ਪੇਸ਼ੈਂਟ ਨੂੰ ਸ਼ਾਰਟ ਆਫ ਬ੍ਰੈਥ ਹੋ ਗਿਆ, ਉਹਦੀ ਕਾਲ ਆਈ, ਉੱਥੇ ਦੇਖਿਆ ਕਿ 10-15 ਬੰਦਿਆਂ ਨੂੰ ਘੇਰ ਕੇ ਕਰਾਊਡ ਕਰਕੇ ਬੈਠੇ ਹੋਏ। ਪਹਿਲੇ ਤਾਂ ਉਸ ਬੰਦਿਆਂ ਨੂੰ ਸਾਈਡ ਕੀਤਾ ਕਿ ਬੰਦੇ ਨੂੰ ਆਲਰੇਡੀ ਸ਼ਾਰਟ ਆਫ ਬ੍ਰੈਥ ਹੈਗਾ, ਤੁਸੀਂ ਇਹਨੂੰ ਕਰਾਊਡਿੰਗ ਨਾ ਕਰੋ। ਫਿਰ ਉਹ ਇਵੈਲੂਏਟ ਕੀਤਾ, ਉਹਦੀ ਬੀਪੀ ਪਲਸ ਵਗੈਰਾ ਜੋ ਕਿ ਮੇਰੇ ਵਾਚ ਵਿੱਚ ਹੀ ਹੁੰਦੇ, ਉਹ ਅਕੋਰਡਿੰਗਲੀ ਮੈਂ ਉਹਨਾਂ ਨੂੰ ਇਵੈਲੂਏਟ ਕਰਕੇ ਦੇਖਿਆ ਕਿ ਇਹਨੂੰ ਕੋਈ ਕਾਰਡਿਕ ਇਵੈਂਟ ਲੱਗ ਰਿਹਾ ਹੈਗਾ। ਤੋ ਫਿਰ ਉਸ ਪੇਸ਼ੈਂਟ ਨੂੰ ਉੱਥੇ ਸੋਨੀਪਤ ਦੇ ਅਰਾਊਂਡ ਉਹਨਾਂ ਨੂੰ ਹਸਪੀਟਲ ਦੇ ਵਿੱਚ, ਰੇਲਵੇ ਹਸਪੀਟਲ ਦੇ ਵਿੱਚ ਉੱਥੇ ਡਿਬੋਰਡ ਕਰ ਦਿੱਤਾ ਗਿਆ। ਸਾਡੇ ਨਾਲ ਅਕਸਰ ਇੱਦਾਂ ਹੁੰਦਾ ਰਹਿੰਦਾ ਅਤੇ ਸਾਨੂੰ ਤਾਂ ਕਾਫੀ ਹੱਦ ਤੱਕ ਆਦਤ ਹੋ ਚੁੱਕੀ ਹੈ ਇਸ ਇੰਸੀਡੈਂਟ ਦੀ, ਅਤੇ ਸਾਨੂੰ ਅੱਛਾ ਲੱਗਦਾ ਹੈ ਕਿ ਸਾਡਾ ਕੋਈ ਜਿਹੜਾ ਕੋਈ ਨੌਲੇਜ ਹੈ ਕਿਸੇ ਦੇ ਕੰਮ ਆ ਜਾਏ, ਕਿਸੇ ਦੀ ਜਾਨ ਬਚ ਜਾਏ, ਜਾਂ ਥੋੜ੍ਹਾ ਜਿਹਾ ਵੀ ਕਿਸੇ ਨੂੰ ਐਡਵਾਂਟੇਜ ਹੋ ਜਾਏ, ਜਿਹਦੇ ਨਾਲ ਉਹ ਕੰਫਰਟੇਬਲ ਹੋਏ, ਉਹ ਸਾਨੂੰ ਕਾਫੀ ਬਲੈਸਡ ਫੀਲ ਮਹਿਸੂਸ ਕਰਾਉਂਦਾ ਹੈ। ਅੱਛਾ ਮੈਮ, ਜਦੋਂ ਪਲੇਨ ਦੇ ਵਿੱਚ ਬੈਠੇ ਬੈਠੇ ਇਹ ਅਨਾਊਂਸਮੈਂਟ ਹੁੰਦੀ ਹੈ ਕਿ ਇੱਕ ਐਮਰਜੈਂਸੀ ਹੈ, ਪੇਸ਼ੈਂਟ ਹੈ, ਉਹਦੇ ਨਾਲ ਇੱਦਾਂ ਹੋ ਗਿਆ ਜਾਂ ਕੋਈ ਦਿੱਕਤ ਉਹਨੂੰ ਆ ਰਹੀ ਹੈ, ਤਾਂ ਤੁਹਾਡੇ ਨਾਲ ਵੀ ਜ਼ਾਹਿਰ ਜਿਹੀ ਗੱਲ ਹੈ ਕੋਈ ਸਫ਼ਰ ਕਰ ਰਹੇ ਹੋਣਗੇ ਜਾਂ ਕੋਈ ਕੋ ਪੈਸੇਂਜਰਸ ਵੀ ਹੋਣਗੇ, ਮਾਹੌਲ ਕੀ ਸੀ ਉਸ ਵੇਲੇ ਦਾ ਜਦੋਂ ਅਨਾਊਂਸਮੈਂਟ ਹੁੰਦੀ? ਸਾਡੇ ਨਾਲ ਮੇਰੇ ਮਦਰ ਇਨ ਲਾ ਸਫ਼ਰ ਕਰ ਰਹੇ ਸੀ, ਬਟ ਉਹਨਾਂ ਦੀ ਸੀਟ ਸਾਡੇ ਤੋਂ ਥੋੜ੍ਹੀ ਦੂਰ ਸੀ। ਜਦੋਂ ਅਸੀਂ ਉੱਠ ਕੇ ਚਲੇ ਗਏ, ਬਾਕੀ ਦੇ ਪੈਸੇਂਜਰਸ ਨੇ ਸ਼ਾਇਦ ਇਸ ਗੱਲ ਵੱਲ ਉਸ ਟਾਈਮ ਬਹੁਤ ਜ਼ਿਆਦਾ ਧਿਆਨ ਵੀ ਨਾ ਦਿੱਤਾ।
ਬਟ ਜਦੋਂ ਅਸੀਂ ਉੱਠ ਕੇ ਗਏ ਉੱਥੇ ਤੇ ਸਾਨੂੰ 1.5 ਘੰਟੇ ਦੇ ਕਰੀਬ, ਪੌਣੇ 2 ਘੰਟੇ ਦੇ ਕਰੀਬ ਟਾਈਮ ਲੱਗ ਗਿਆ ਪਹਿਲੀ ਵਾਰ ਪੇਸ਼ੈਂਟ ਨੂੰ ਸੈਟਲ ਕਰਦਿਆਂ। ਫਿਰ ਅਸੀਂ ਵਾਪਸ ਆਏ ਤਾਂ ਮਦਰ ਇਨ ਲਾ ਸਾਡੇ ਬਹੁਤ ਪਰੇਸ਼ਾਨ ਸੀ ਕਿ ਤੁਸੀਂ 1.5 ਘੰਟੇ ਦੇ ਕਿੱਥੇ ਚਲੇ ਗਏ, ਐਸਾ ਕੀ ਹੋ ਗਿਆ। ਤੋ ਆਸ-ਪਾਸ ਦੇ ਪੈਸੇਂਜਰਸ ਵਿੱਚ ਉਸ ਟਾਈਮ ਥੋੜੀ ਜੀ ਹਲਚਲ ਹੋ ਗਈ ਕਿ ਐਸਾ ਕੀ ਹੋ ਗਿਆ। ਬਟ ਬਿਜ਼ਨਸ ਕਲਾਸ ਵਿੱਚ ਜਿੱਥੇ ਉਹ ਪੇਸ਼ੈਂਟ ਤੋੜਪਨ ਕਰ ਰਿਹਾ ਸੀ, ਲੱਤਾਂ ਬਾਹਾਂ ਅਕੜਾ ਰਿਹਾ, ਸੀਜ਼ਰਸ ਜਾਂ ਕਨਵਲਜਨਸ ਉਹਨੂੰ ਆ ਰਹੀਆਂ, ਉੱਥੇ ਆਸ-ਪਾਸ ਦੇ ਲੋਕ ਕਾਫੀ ਪਰੇਸ਼ਾਨ ਹੋਏ ਸੀ। ਉਹ ਸੁਣ ਵੀ ਰਹੇ ਸੀ ਕਿ ਕ੍ਰਿਊ ਡਿਸਕਸ ਕਰ ਰਹੀ ਕਿ ਹੋ ਸਕਦਾ ਐਮਰਜੈਂਸੀ ਲੈਂਡਿੰਗ ਕਰਨੀ ਪਏ। ਉਹਦੇ ਨਾਲ ਆਸ-ਪਾਸ ਦੇ ਜਿਹੜੇ ਪੈਸੇਂਜਰਸ ਆ ਉਹਨਾਂ ਨੂੰ ਥੋੜ੍ਹੀ ਐਪਰੀਹੈਂਸ਼ਨ ਹੋ ਜਾਂਦੀ ਹੈ ਕਿ ਫਲਾਈਟ ਅੱਗੇ 4 ਘੰਟੇ ਲੇਟ ਹੈ, ਹੁਣ ਪਤਾ ਨਹੀਂ ਕਿੱਥੇ ਲੈਂਡ ਕਰਾਉਣਗੇ ਜਾਂ ਕੀ ਕਰਾਉਣਗੇ। ਸੋ ਇਹੋ ਜਿਹਾ ਮਾਹੌਲ ਉਸ ਟਾਈਮ ਉੱਥੇ ਬਣਿਆ ਹੋਇਆ ਸੀ। ਏਅਰ ਕੈਨੇਡਾ ਵਾਲਿਆਂ ਨੇ ਤੁਹਾਨੂੰ ਰਿਵਾਰਡ ਵੀ ਦਿੱਤਾ ਹੈ, ਐਪਰੀਸ਼ੀਏਟ ਵੀ ਕੀਤਾ, ਕਹਿੰਦੇ ਕਿ ਬੜਾ ਵੱਡਾ ਨੁਕਸਾਨ ਤੁਸੀਂ ਹੋਣੋਂ ਬਚਾ ਲਿਆ ਉਹਨਾਂ ਦਾ, ਹੈ ਨਾ। ਜਦੋਂ ਤੁਹਾਨੂੰ ਰਿਵਾਰਡ ਮਿਲਿਆ ਤਾਂ ਕੀ ਐਕਸਪੈਕਟੇਸ਼ਨ ਸੀ ਇਸ ਚੀਜ਼ ਦੀ ਤੁਹਾਨੂੰ? ਜੀ ਨਹੀਂ, ਅਸੀਂ ਤਾਂ ਕਦੀ ਰਿਵਾਰਡ ਵਾਸਤੇ ਕੰਮ ਕੀਤਾ ਹੀ ਨਹੀਂ ਹੈਗਾ। ਬਟ ਹਾਂ, ਜਦੋਂ ਅਸੀਂ ਡੀਬੋਰਡ ਹੋਣ ਲੱਗੇ ਤੇ ਉਹਨਾਂ ਦੇ ਜੋ ਹੈਡ ਸਟੀਵਰਡ ਸੀਗਾ ਹੀ ਅਪਰੋਚਡ ਅਸ, ਤੇ ਉਹਨਾਂ ਨੇ ਸਾਨੂੰ ਏਅਰ ਕੈਨੇਡਾ ਵੱਲੋਂ ਇੱਕ ਐਪਰੀਸੀਏਸ਼ਨ ਲੈਟਰ ਸੀਗੀ ਜੋ ਜਾਰੀ ਹੋਈ ਹੈ, ਪਲੱਸ ਉਹਦੇ ਵਿੱਚ ਉਹਨਾਂ 30% ਕੂਪਨ ਐਜ਼ ਅ ਗੁੱਡਵਿਲ ਜੈਸਚਰ ਸਾਨੂੰ ਦਿੱਤਾ ਹੈ। ਤੇ ਦਿਸ ਐਪਰੀਸੀਏਸ਼ਨ ਲੈਟਰ ਵਾਜ਼ ਇਸ਼ੂਡ ਬਾਈ ਡਾਕਟਰ ਜਿਮ ਚੁੰਗ, ਜੋ ਕਿ ਕਹਿੰਦੀ ਕਿ ਯੂਰ benevolent gesture on board our flight today was deeply appreciated. We are delighted to offer you this discount code to use for your future travel with us. It's our way of saying thank to you. ਤੇ ਇਹਦੇ ਨਾਲ ਨਾਲ ਉਹਨਾਂ ਨੇ ਸਾਨੂੰ ਕ੍ਰਿਊ ਮੈਂਬਰਸ ਨੇ ਸਭ ਨੇ ਹੈਂਡਸ਼ੇਕ ਕੀਤੇ, ਮਤਲਬ ਅੱਛੀ ਤਰ੍ਹਾਂ ਵਾਰਮਲੀ ਸਾਨੂੰ ਰਿਸੈਪਸ਼ਨ ਕੀਤੀ ਸਾਨੂੰ ਜਦੋਂ ਵੱਡੀ ਬੋਰਡ ਹੋਏ। ਤੇ ਦੇ ਵਰ ਵੈਰੀ ਥੈਂਕਫੁਲ ਟੂ ਅਸ, ਖਾਸ ਕਰਕੇ ਜਿਹੜੇ ਪਾਇਲਟ ਨੂੰ ਕਦੀ ਕਿਸੇ ਨੇ ਦੇਖਿਆ ਹੀ ਨਹੀਂ ਹੁੰਦਾ ਸਾਡੇ ਵਰਗਿਆਂ ਨੇ, ਉਹ ਹੀ ਕਾਕਪਿਟ ਤੋਂ ਬਾਹਰ ਆ ਗਏ। ਹੀ ਵਾਜ਼ ਜਸਟ ਸ਼ੇਕਿੰਗ ਹੈਂਡਸ ਵਿਦ ਬੋਥ ਆਫ ਅਸ। ਅੱਛਾ ਮੈਮ, ਜਦੋਂ ਇਹ ਸਾਰਾ ਵਾਕਿਆ ਹੋਇਆ, ਜਿੱਦਾਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਵੀਡੀਓ ਤੁਹਾਡੀਆਂ ਵਾਇਰਲ ਹੋ ਰਹੀਆਂ ਨੇ, ਬਹੁਤ ਜ਼ਿਆਦਾ ਲੋਕ ਤੁਹਾਨੂੰ ਪਸੰਦ ਵੀ ਕਰ ਰਹੇ ਨੇ, ਮਤਲਬ ਸ਼ਲਾਘਾ ਵੀ ਕਰ ਰਹੇ ਨੇ, ਘਰ ਜਦੋਂ ਤੁਸੀਂ ਇਸ ਚੀਜ਼ ਨੂੰ ਡਿਸਕਸ ਕੀਤਾ ਤਾਂ ਕਿਹੋ ਜਿਹਾ ਮਾਹੌਲ ਸੀ, ਮਤਲਬ ਕਿਵੇਂ ਲਿਆ ਬਾਕੀ ਫੈਮਿਲੀ ਮੈਂਬਰਸ? ਬੱਚੇ ਬਹੁਤ ਖੁਸ਼ ਹੋਏ। ਦੇ ਸੈਡ ਵੀ ਆਰ ਪ੍ਰਾਊਡ ਆਫ ਯੂ, ਤੁਸੀਂ ਇੰਡੀਆ ਜਾਂਦੇ ਸਾਰੀ ਪਪੂਲਰ ਹੋ ਗਏ ਹੋ। ਜਦ ਕਿ ਮੈਂ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਨਹੀਂ, ਮੈਨੂੰ ਹੁਣ ਕੋਈ ਦੱਸਦਾ ਤਾਂ ਪਤਾ ਚੱਲਦਾ, ਉਸ ਦੇ ਬਾਵਜੂਦ ਵੀ ਮੈਂ ਕਦੀ ਬਹੁਤ ਜ਼ਿਆਦਾ ਖੋਲ੍ਹ ਕੇ ਕੋਸ਼ਿਸ਼ ਨਹੀਂ ਕੀਤੀ ਕਿ ਕਿੰਨੇ ਵਿਊਜ਼ ਜਾਂ ਕਮੈਂਟ, ਬਿਕੋਜ਼ ਮੈਂ ਬਹੁਤ ਜ਼ਿਆਦਾ ਯੂਜ਼ ਹੀ ਨਹੀਂ ਕਰਦੀ ਸੋਸ਼ਲ ਮੀਡੀਆ। ਤੋ ਬਟ ਇੱਕ ਅੱਛੀ ਫੀਲਿੰਗ, ਇੱਕ ਐਫਰਟ ਤਾਂ ਰੋਜ਼ ਹੀ ਲਗਾਈਦਾ, ਜਦੋਂ ਐਪਰੀਸ਼ੀਏਟ ਹੋ ਜਾਏ ਤਾਂ ਇੱਕ ਅਚੀਵਮੈਂਟ ਦੀ ਫੀਲਿੰਗ ਜ਼ਰੂਰ ਆਉਂਦੀ ਹੈ। ਤੇ ਫੈਮਿਲੀ ਨੂੰ ਵੀ ਮਾਣ ਤਾਂ ਮਹਿਸੂਸ ਹੁੰਦਾ ਹੈ, ਬੱਚਿਆਂ ਨੂੰ ਅੱਛਾ ਲੱਗਦਾ ਹੈ। ਬਾਕੀ ਮੇਰਾ ਖਿਆਲ ਹੈ ਬੱਚਿਆਂ ਨੇ ਮੈਸੇਜ ਜ਼ਰੂਰ ਲਿਆ ਹੋਣਾ ਕਿ ਜੋ ਵੀ ਕਰੋ 100% ਓਨੈਸਟਲੀ ਕਰੋ ਤੇ ਪਰਮਾਤਮਾ ਜ਼ਰੂਰ ਸਕਸੈਸ ਬਖਸ਼ਦਾ ਹੈ। ਅੱਛਾ, ਇੱਕ ਗਾਣਾ ਬੜਾ ਮਸ਼ਹੂਰ ਸੀ, ਕਹਿੰਦੇ ਪਾਪਾ ਕਹਤੇ ਹੈ ਬੜਾ ਨਾਮ ਕਰੇਗਾ, ਤੇ ਮੈਨੂੰ ਲੱਗਦਾ ਪਾਪਾ ਨੇ ਵਧੀਆ ਨਾਮ ਕਰ ਦਿੱਤਾ। ਹੁਣ ਲੱਗਦਾ ਵੀ ਬੱਚਿਆਂ ਨੂੰ ਇਦੋਂ ਵੀ ਕੋਈ ਬਹੁਤ ਵਧੀਆ ਮੋਟੀਵੇਸ਼ਨ ਜਿਹੜੀ ਉਹਨਾਂ ਨੂੰ ਮਿਲੀ ਹੋਵੇਗੀ। ਸੋ ਇਹ ਤਾਂ ਮਤਲਬ ਲਾਈਕ ਫਾਦਰ ਲਾਈਕ ਸਨ, ਇਹਦਾ ਆਲਰੇਡੀ ਇਹਦਾ ਮਸ਼ਹੂਰ ਹੀ ਹੈਗਾ। ਅਗਰ ਉਹਨਾਂ ਨੂੰ ਕੱਲ੍ਹ ਨੂੰ ਵੀ ਕਦੀ ਯਾਦ ਆਏਗਾ ਕੋਈ ਇੰਸੀਡੈਂਟ ਕਿ ਹਾਂ ਸਾਡੇ ਮੰਮਾ ਪਾਪਾ ਨੇ ਇਹੋ ਜਿਹੇ ਕੰਮ ਕੀਤਾ ਸੀ, ਦੇ ਵਿਲ ਫੀਲ ਮੋਟੀਵੇਟਿਡ। ਸੋ ਐਂਡ ਦੇ ਵਿਲ ਆਲਵੇਜ਼ ਟਰਾਈ ਦੇਅਰ ਲੈਵਲ ਬੈਸਟ, ਪੂਰਾ ਹਾਰਡ ਵਰਕ, ਸਿੰਸੀਅਰਟੀ, ਪੂਰੀ ਆਪਣਾ ਇਮਾਨਦਾਰ ਕੋਸ਼ਿਸ਼ ਦੇ ਨਾਲ ਕਿਸੇ ਦੀ ਹੈਲਪ ਕਰਨਗੇ, ਕਿਉਂਕਿ ਉਹਨਾਂ ਨੂੰ ਪੂਰਾ ਬੈਕਗਰਾਊਂਡ, ਬੈਕ ਆਫ ਦਾ ਮਾਈਂਡ ਯਾਦ ਰਹੇਗਾ ਕਿ ਉਹਨਾਂ ਮੰਮਾ ਪਾਪਾ ਨੇ ਕਦੀ ਇਹ ਕੰਮ ਕੀਤਾ ਸੀ। ਸੋ ਦਿਸ ਵਿਲ ਐਕਟ ਐਜ਼ ਅ ਮੋਟੀਵੇਸ਼ਨ ਟੂ ਦੈਮ। ਅੱਛਾ, ਅੱਜ ਦਾ ਬੜਾ ਇੱਕ ਇੰਪੋਰਟੈਂਟ ਸਵਾਲ ਹੈ, ਜਿੱਦਾਂ ਆਪਾਂ ਗੱਲ ਕੀਤੀ ਹੈ ਕਿ ਤੁਸੀਂ ਵਿਦੇਸ਼ ਦੀ ਧਰਤੀ ਤੋਂ ਪੰਜਾਬ ਪਰਤ ਰਹੇ ਸੀ, ਪੰਜਾਬੀ ਨੌਜਵਾਨ ਸੀ ਜਿਹਨੇ ਓਵਰਡੋਜ਼ ਨਸ਼ੇ ਦੀ ਲੈ ਲਈ, ਮਤਲਬ 6ਵਾਂ ਦਰਿਆ ਨਸ਼ਿਆਂ ਦਾ ਕਾਫੀ ਚਿਰਾਂ ਤੋਂ ਹੀ ਚਲੋ ਇਹ ਵਗ ਰਿਹਾ। ਹੁਣ ਜਿੱਦਾਂ ਬਹੁਤ ਸਾਰੇ ਨਸ਼ੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪੰਜਾਬ ਨੂੰ ਗਰਕਾ ਰਹੇ ਨੇ, ਨੌਜਵਾਨੀ ਨੂੰ। ਤਾਂ ਜਿੰਨੇ ਨੌਜਵਾਨ ਸਾਡੇ ਚੈਨਲ ਨੂੰ ਦੇਖ ਰਹੇ ਨੇ, ਮੈਂ ਚਾਹੂੰਗੀ ਕਿ ਇੱਕ ਮੈਸੇਜ ਜਾਂ ਜੋ ਵੀ ਤੁਹਾਡੀ ਸਲਾਹ ਆ, ਮੈਂ ਚਾਹੂੰਗੀ ਕਿ ਤੁਸੀਂ ਜ਼ਰੂਰ ਉਹਨਾਂ ਨੂੰ ਦਿਓ, ਤਾਂ ਕਿ ਉਹ ਲੋਕ ਵੀ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਤੁਹਾਡੇ ਤੋਂ ਮੋਟੀਵੇਟ ਹੋ ਸਕੇ। ਸੋ ਸਭ ਨਾਲ ਪਹਿਲੇ ਗੱਲ ਤਾਂ ਨਸ਼ਾ ਕੋਈ ਵੀ ਚੰਗਾ ਨਹੀਂ ਹੁੰਦਾ। ਅਗਰ ਤੁਸੀਂ ਕੁਝ ਕਰਨਾ ਹੀ ਹੈ, ਕੋਈ ਨਸ਼ਾ ਕਰਨਾ ਹੀ ਹੈ, ਤਾਂ ਪ੍ਰਭੂ ਦੇ ਨਾਮ ਸਿਮਰਨ ਨਾਲ ਨਸ਼ਾ ਕਰੋ, ਜਿਹੜਾ ਕਿ ਤੁਹਾਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੈ ਕੇ ਜਾਏ, ਜਿਸ ਲਈ ਅਸੀਂ ਇਸ ਦੁਨੀਆ 'ਚ ਆਏ ਹਾਂ, ਬਰਥ ਲਿਆ ਇਸ ਲਈ, ਠੀਕ ਹੈ। ਅਗਰ ਆਪਾਂ ਕਹਾਂਗੇ ਇਹ ਨਸ਼ਾ ਚੰਗਾ, ਆਹ ਨਸ਼ਾ ਚੰਗਾ, ਇਹ ਸਭ ਮਿੱਥਿਆ, ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰ ਰਹੇ ਹਾਂ। ਕੋਈ ਵੀ ਨਸ਼ਾ ਚੰਗਾ ਨਹੀਂ ਹੈਗਾ। ਇਹ ਅਗਰ ਤੁਸੀਂ ਓਪੀਅਮ ਨੂੰ, ਕਈ ਲੋਕ ਕਹਿੰਦੇ ਬਹੁਤ ਵਧੀਆ ਹੈ ਜੀ, ਲੇਕਿਨ ਅਗਰ ਇਹਨੂੰ ਮੈਡੀਸਿਨ ਦੇ ਪਰਪਸ ਨਾਲ ਲਿਆ ਜਾਏ ਤਾਂ ਹੀ ਇਹ ਠੀਕ ਹੈ, ਉਹ ਵੀ ਡਾਕਟਰ ਦੀ,
ਅੰਡਰ ਸੁਪਰਵਿਜ਼ਨ ਦੇ ਅੰਡਰ। ਤੇ ਅਗਰ ਤੁਸੀਂ ਐਜ਼ ਇਟ ਇਜ਼ ਲੈਂਦੇ ਰਹੋਗੇ ਜਸਟ ਫॉर ਯੋਰ ਓਨ ਸੇਕ, ਕਿ ਉਹਦੇ ਨਾਲ ਕੀ ਹੋਏਗਾ, ਤੁਹਾਡੀ ਜਵਾਨੀ ਤਾਂ ਬਰਬਾਦ ਹੋਏਗੀ ਨਾਲ ਨਾਲ ਇੱਕ ਬੰਦੇ ਦੇ ਨਾਲ ਉਹਦੇ ਫੈਮਿਲੀ ਦੇ 8-8 ਮੈਂਬਰ ਬੰਨੇ ਹੁੰਦੇ ਆ। ਤੁਸੀਂ ਦੇਖੋ ਇੱਕ ਜਵਾਨ ਘਰ 'ਚ ਜਦੋਂ ਚਲੇ ਜਾਂਦਾ ਹੈ ਤੇ ਪਿੱਛੋਂ ਫੈਮਲੀਆਂ ਰੁਲ ਜਾਂਦੀਆਂ ਹੈਗੀਆਂ। ਸੋ ਮੇਰਾ ਤੁਹਾਡੇ ਚੈਨਲ ਦੇ ਰਾਹੀਂ ਇਹੀ ਮੈਸੇਜ ਰਹੇਗਾ ਕਿ ਜਵਾਨਾਂ ਨੂੰ ਖਾਸ ਕਰਕੇ ਕਿ ਆਪਣੀ ਜਵਾਨੀ ਨਸ਼ਿਆਂ 'ਚ ਨਾ ਰੋਲੋ, ਅਸਲੀਅਤ ਨੂੰ ਪਹਿਚਾਨੋ, ਠੀਕ ਹੈ। ਉਸ ਪ੍ਰਭੂ ਉਸ ਵਾਹਿਗੁਰੂ ਨੂੰ ਆਪਣਾ ਹਾਜ਼ਰ ਨਾਜ਼ਰ ਸਮਝ ਕੇ ਉਹਦਾ ਨਾਮ ਸਿਮਰਨ ਕਰੋ, ਉਹਦੇ ਵਿੱਚ ਹੀ ਸਾਰਾ ਕੁਝ ਤੁਹਾਨੂੰ ਪ੍ਰਾਪਤ ਹੋ ਜਾਏਗਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਗੱਲਬਾਤ ਕਰਵਾਈ ਹੈ ਤੁਹਾਡੀ ਇਸੇ ਡਾਕਟਰ ਜੋੜੇ ਦੇ ਨਾਲ ਜਿਨ੍ਹਾਂ ਦੇ ਵੱਲੋਂ ਰੱਬ ਬਣ ਕੇ ਉਸ ਵਕਤ ਬੰਦੇ ਦੀ ਜਾਨ ਬਚਾਈ ਗਈ। ਤਾਂ ਇਸ ਜੋ ਪੂਰੀ ਇੰਟਰਵਿਊ ਹੈ ਇਸ ਦੇ ਵਿੱਚ ਦੋ ਗੱਲਾਂ ਨੇ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਸਮਝਣ ਵਾਲੀਆਂ ਨੇ। ਪਹਿਲੀ ਗੱਲ ਤਾਂ ਕਿ ਨਸ਼ਾ ਕਿਸੇ ਵੀ ਤਰ੍ਹਾਂ ਦਾ ਕਰੋ, ਪਰ ਜਦੋਂ ਕਹਿੰਦੇ ਐਵਰੀਥਿੰਗ ਮਤਲਬ ਹਰ ਇੱਕ ਚੀਜ਼ ਜਿਹੜੀ ਆ ਉਹਦੀ ਇੱਕ ਲਿਮਿਟ ਹੁੰਦੀ ਹੈ ਨਾ। ਜਦੋਂ ਤੁਸੀਂ ਲਿਮਿਟ ਤੋਂ ਵੱਧ ਕਿਸੇ ਚੀਜ਼ ਨੂੰ ਕਰ ਲੈਂਦੇ ਹੋ ਤਾਂ ਜ਼ਾਹਿਰ ਜੀ ਗੱਲ ਹੈ ਉਹ ਚੀਜ਼ ਤੁਹਾਡੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੋਏਗੀ। ਜਿਵੇਂ ਇਹਨਾਂ ਨੇ ਦੱਸਿਆ ਕਿ ਜਿੱਦਾਂ ਉਹਨਾਂ ਨੇ ਜ਼ਿਆਦਾ ਨਸ਼ਾ ਲੈ ਲਿਆ ਸੀ ਜਿਸ ਦੀ ਵਜ੍ਹਾ ਦੇ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਿਆ। ਤਾਂ ਮੁੰਡਾ ਵੀ ਪੰਜਾਬੀ ਸੀ। ਕਿਤੇ ਨਾ ਕਿਤੇ ਇਸ ਜੋ ਇਹ ਮੂਵਮੈਂਟ ਪੂਰੀ ਜੋ ਵਾਕਿਆ ਹੋਇਆ ਉਸ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦਾ ਨਾਮ ਵੀ ਥੋੜ੍ਹਾ ਬਹੁਤ ਖਰਾਬ ਜ਼ਰੂਰ ਹੋਇਆ। ਔਰ ਦੂਸਰੀ ਗੱਲ ਇਹ ਹੈ ਔਰ ਦੂਸਰੀ ਗੱਲ ਜਿਹੜੀ ਸਿੱਖਣ ਵਾਲੀ ਹੈ ਉਹ ਇਹਨਾਂ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਤੁਸੀਂ ਜਿਹੜਾ ਵੀ ਕੰਮ ਕਰਨਾ ਉਸ ਨੂੰ ਬਿਲਕੁਲ ਲਗਨ ਦੇ ਨਾਲ ਕਰੋ, ਕਿਉਂਕਿ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਹੁੰਦਾ ਕਿਸ ਵਕਤ ਕਿਸ ਤਰੀਕੇ ਦਾ ਮੋੜ ਜਿਹੜਾ ਆ ਜਾਂਦਾ ਹੈ। ਤਾਂ ਇਨਸਾਨ ਨੂੰ ਆਪਣੀ ਜੋ ਉਹਦੇ ਕਾਰਜ ਕੀਤੇ ਹੁੰਦੇ ਨੇ ਉਹਨਾਂ ਦੀ ਸ਼ਲਾਘਾ ਵੀ ਜ਼ਰੂਰ ਹੁੰਦੀ ਹੈ। ਤਾਂ ਅਨਐਕਸਪੈਕਟਡ ਚੀਜ਼ਾਂ ਸੀ ਇਹਨਾਂ ਦੇ ਲਈ ਵੀ ਜੋ ਇਹਨਾਂ ਨੂੰ ਇਹਨਾਂ ਦੇ ਹੌਸਲੇ ਨੇ ਇਹਨਾਂ ਦੇ ਜਜ਼ਬੇ ਨੇ ਇਹਨਾਂ ਨੂੰ ਦਿੱਤੀ ਹੈ ਅੱਜ ਇੱਕ ਬਹੁਤ ਹੀ ਵੱਖਰੇ ਤਰ੍ਹਾਂ ਦੀ ਪਹਿਚਾਣ ਦਿੱਤੀ ਹੈ ਜਿਹੜੀ ਕਿ ਲੋਕਾਂ ਦੇ ਸਾਹਮਣੇ ਵੀ ਆਈ ਹੈ। ਤਾਂ ਅੱਜ ਪੂਰੀ ਦੁਨੀਆ ਦੀ ਸ਼ਲਾਘਾ ਕਰ ਰਹੀ ਹੈ। ਤਾਂ ਨੌਜਵਾਨਾਂ ਨੂੰ ਵੀ ਇਹਨਾਂ ਨੇ ਮੈਸੇਜ ਦਿੱਤਾ ਕਿ ਨਸ਼ੇ ਤੋਂ ਬਿਲਕੁਲ ਦੂਰ ਰਹੋ। ਜੇਕਰ ਇਹ ਡਾਕਟਰ ਉਸ ਵਕਤ ਉਸ ਫਲਾਈਟ ਦੇ ਵਿੱਚ ਨਾ ਹੁੰਦੇ ਜਾਂ ਫਿਰ ਉਸ ਵਕਤ ਉਸ ਬੰਦੇ ਦੀ ਬਾਂਹ ਨਾ ਫੜਦੇ ਤਾਂ ਸ਼ਾਇਦ ਅੱਜ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੁੰਦਾ। ਬਾਕੀ ਤੁਹਾਨੂੰ ਇਸ ਸਟੋਰੀ ਤੋਂ ਕੀ ਮੈਸੇਜ ਮਿਲਿਆ ਸਾਨੂੰ ਕਮੈਂਟ ਬਾਕਸ ਰਾਹੀਂ ਜ਼ਰੂਰ ਦੱਸਣਾ। ਕੈਮਰਾ ਪਰਸਨ ਨਾਜ਼ਰ ਨਾਲ ਮਨਪ੍ਰੀਤ ਕੌਰ, ਦਾ ਏਅਰ ਟੀਵੀ, ਜਲੰਧਰ।